ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਕਰਨੈਲ ਸਿੰਘ ਸੋਲੰਕੀ ਕਸ਼ਮੀਰ ਰੇਲ ਦਾਖ ਦੇ ਚੌਥੇ ਵਲਾਗ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸ਼੍ਰੀਨਗਰ ਦੇ ਤਾਜ ਮੁਗਲ ਗਾਰਡਨ ਵਿੱਚ, ਜਿਸ ਨੂੰ ਸ਼ਾਲੀਮਾਰ ਬਾਗ, ਫਰਹਾ ਬਾਗ ਅਤੇ ਫੈਜ਼ ਬਖਸ਼ ਬਾਗ ਵੀ ਕਿਹਾ ਜਾਂਦਾ ਹੈ। ਇਹ ਖੂਬਸੂਰਤ ਬਾਗ ਡਲ ਲੇਕ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਉੱਤਰ ਪੂਰਬੀ ਪਾਸੇ ਵੱਲ ਹੈ। ਤੁਸੀਂ ਦੇਖ ਰਹੇ ਹੋ ਕਿ ਇਸ ਦੀ ਸੁੰਦਰਤਾ ਦਾ ਆਨੰਦ ਮਾਣਨ ਲਈ ਬਹੁਤ ਸਾਰੇ ਟੂਰਿਸਟ ਆਏ ਹੋਏ ਹਨ। ਲੋਕਲ ਸੈਲਾਨੀ ਵੀ ਇਹ ਦੀ ਸੁੰਦਰਤਾ ਦਾ ਆਨੰਦ ਮਾਣਨ ਲਈ ਆਉਂਦੇ ਹਨ। ਇਸ ਤੇ ਚੱਲਦੇ ਹੋਏ ਫੁਹਾਰੇ ਮਨ ਨੂੰ ਖੁਸ਼ ਕਰ ਦਿੰਦੇ ਹਨ। ਦੋਸਤੋ, ਜੇਕਰ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਨੂੰ ਜਹਾਂਗੀਰ ਬਾਦਸ਼ਾਹ ਦੁਆਰਾ ਆਪਣੀ ਬੇਗਮ ਨੂਰ ਜਹਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਸ ਬਾਗ ਨੂੰ ਆਮ ਲੋਕਾਂ ਲਈ 1619 ਈਸਵੀ ਵਿੱਚ ਖੋਲ੍ਹ ਦਿੱਤਾ ਗਿਆ। ਜਿਵੇਂ ਸਾਰੇ ਅਸੀਂ ਜਾਣਦੇ ਹਾਂ ਕਿ ਮੁਗਲ ਬਾਦਸ਼ਾਹ ਜਿੱਥੇ ਸੁੰਦਰ ਭਵਨ ਨਿਰਮਾਣ ਕਲਾ ਦਾ ਸ਼ੌਂਕ ਰੱਖਦੇ ਸੀ, ਉੱਥੇ ਸੁੰਦਰ ਬਾਗ ਬਣਾਉਣ ਦੇ ਵੀ ਬਹੁਤ ਜ਼ਿਆਦਾ ਸ਼ੌਕੀਨ ਸਨ। ਇਸ ਬਾਗ ਨੂੰ 12 ਪੌੜੀਨੁਮਾ ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਉੱਤੇ ਖੂਬਸੂਰਤ ਫੁੱਲ ਅਤੇ ਵਿਲੱਖਣ ਸਜਾਵਟੀ ਪੌਦੇ ਲਗਾਏ ਗਏ ਹਨ। ਤੁਸੀਂ ਦੇਖ ਰਹੇ ਹੋ ਇਹ ਕਿਸੇ ਸਕੂਲ ਦੇ ਬੱਚੇ ਇਸ ਸੁੰਦਰ ਬਾਗ ਵਿੱਚ ਪਾਣੀ ਵਿੱਚ ਅਟਕੇਲੀਆਂ ਕਰਦੇ ਹੋਏ ਆਨੰਦ ਮਾਣ ਰਹੇ ਹਨ। ਇਸ ਬਾਗ ਦੇ ਵਿੱਚ ਅਸੀਂ ਇੱਕ ਬਹੁਤ ਹੀ ਖੂਬਸੂਰਤ ਬੱਚੀ ਨੂੰ ਵੀ ਦੇਖਿਆ। ਜੇਕਰ ਇਸ ਬਾਗ ਦੀ ਸੁੰਦਰਤਾ ਨੂੰ ਗੌਰ ਨਾਲ ਵੇਖੀਏ ਤਾਂ ਇਹ ਸ਼੍ਰੀਨਗਰ ਦਾ ਵਾਕਿਆ ਹੀ ਇੱਕ ਸੁੰਦਰ ਤਾਜ ਲੱਗਦਾ ਹੈ। ਖੂਬਸੂਰਤ ਬਾਗ ਦਾ ਆਨੰਦ ਮਾਣਨ ਤੋਂ ਬਾਅਦ ਅਸੀਂ ਆਪਣੀ ਅਗਲੀ ਮੰਜ਼ਿਲ ਸੋਨਮਾਰਗ ਲਈ ਰਵਾਨਾ ਹੋ ਗਏ। ਸ਼੍ਰੀਨਗਰ ਤੋਂ ਸੋਨਮਾਰਗ ਦੀ ਦੂਰੀ ਲਗਭਗ 80 ਕਿਲੋਮੀਟਰ ਹੈ। ਸੋਨਮਾਰਗ ਜਾਣ ਲਈ ਡਲ ਲੇਕ ਦੇ ਨਾਲੋਂ ਨਾਲ ਜਾਣਾ ਪੈਂਦਾ ਹੈ। ਡਲ ਲੇਕ ਦੇ ਖੂਬਸੂਰਤ ਫੁਹਾਰੇ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਸੋਨਮਾਰਗ ਪਹੁੰਚ ਚੁੱਕੇ ਸੀ। ਸੋਨਮਾਰਗ ਦੀ ਸੁੰਦਰਤਾ ਤੁਹਾਨੂੰ ਦਿਖਾਈ ਦੇ ਰਹੀ ਹੈ। ਬਹੁਤ ਸਾਰੇ ਸੈਲਾਨੀ ਸੋਨਮਾਰਗ ਦੀ ਸੁੰਦਰਤਾ ਦਾ ਆਨੰਦ ਮਾਣਨ ਲਈ ਦੂਰ ਦੂਰ ਤੋਂ ਆਉਂਦੇ ਹਨ। ਸੋਨਮਾਰਗ ਦੀ ਸੁੰਦਰਤਾ ਨੂੰ ਪ੍ਰਗਟ ਕਰਦੀਆਂ ਹੋਈਆਂ ਕੁਝ ਤਸਵੀਰਾਂ। ਰਾਤ ਅਸੀਂ ਸੋਨਮਾਰਗ ਬਿਤਾ ਕੇ ਕਾਰਗਿਲ ਵੱਲ ਚੱਲ ਪਏ। ਰਸਤੇ ਵਿੱਚ ਅਸੀਂ ਜੋਜਲਾ ਪਾਸ
ਕ੍ਰੋਸ ਕਰਨਾ ਸੀ, ਜਿਸ ਦੀ ਉਚਾਈ 11,575 ਫੁੱਟ ਹੈ। ਜੋਜਲਾ ਪਾਸ ਦੁਨੀਆ ਦੇ ਖਤਰਨਾਕ ਰਸਤਿਆਂ ਵਿੱਚ ਆਉਂਦਾ ਹੈ। ਇੱਥੇ ਕੱਚੇ ਪਹਾੜ ਹਨ ਜੋ ਮੀਂਹ ਪੈਣ ਕਾਰਨ ਖੁਰਣ ਲੱਗ ਜਾਂਦੇ ਹਨ, ਤੇ ਜਿਸ ਕਾਰਨ ਰਸਤਾ ਬਹੁਤ ਹੀ ਚਿੱਕੜ ਭਰਿਆ ਹੋ ਜਾਂਦਾ ਹੈ। ਪਰ ਹੁਣ ਇੱਥੋਂ ਦੀ ਅਥਾਰਟੀ ਦੁਆਰਾ ਇੰਟਰਲੌਕ ਟਾਈਲ ਲਗਾ ਦਿੱਤੀ ਗਈ ਹੈ, ਜਿਸ ਕਾਰਨ ਇਸ ਰਸਤੇ ਜਾਣਾ ਆਸਾਨ ਹੋ ਗਿਆ ਹੈ। ਸੋਨਮਾਰਗ ਤੋਂ 12 ਕਿਲੋਮੀਟਰ ਦੀ ਦੂਰੀ ਤੇ ਬਾਲਟਾਲ ਦਾ ਬੇਸ ਕੈਂਪ ਹੈ, ਜਿੱਥੋਂ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ। ਸਰਦੀਆਂ ਵਿੱਚ ਇਹ ਦਰਾ 6 ਮਹੀਨੇ ਬਰਫ਼ ਨਾਲ ਢਕਿਆ ਰਹਿੰਦਾ ਹੈ ਤੇ ਆਵਾਜਾਈ ਬਿਲਕੁਲ ਬੰਦ ਹੋ ਜਾਂਦੀ ਹੈ। ਗਰਮੀ ਦੇ ਸੀਜ਼ਨ ਵਿੱਚ ਹੀ ਆਰਮੀ ਦੁਆਰਾ ਇਸ ਰਸਤੇ ਨੂੰ ਖੋਲ੍ਹਿਆ ਜਾਂਦਾ ਹੈ। ਇੱਥੇ ਇੱਕ ਜੋਜਲਾ ਟਨਲ ਵੀ ਬਣ ਰਹੀ ਹੈ, ਜਿਸ ਨਾਲ ਆਵਾਜਾਈ ਆਸਾਨ ਹੋ ਜਾਵੇਗੀ। ਸੰਨ 1948 ਵਿੱਚ ਪਾਕਿਸਤਾਨ ਫੌਜਾਂ ਦੁਆਰਾ ਇਸ ਜੋਜਲਾ ਪਾਸ ਤੇ ਕਬਜ਼ਾ ਕਰ ਲਿਆ ਗਿਆ ਸੀ। ਭਾਰਤੀ ਫੌਜ ਦੁਆਰਾ ਆਪਰੇਸ਼ਨ ਬਾਈਸਨ ਦੁਆਰਾ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਜੋਜਲਾ ਦਰਾ ਪਾਸ ਕਰਨ ਤੋਂ ਬਾਅਦ ਸਾਰੇ ਸੈਲਾਨੀ ਜੋਜਲਾ ਸਪਾਟ ਦੇ ਸਥਾਨ ਤੇ ਰੁਕਦੇ ਹਨ। ਅਤੇ ਇੱਥੇ ਆਰਾਮ ਕਰਕੇ ਹੀ ਆਪਣੀ ਅਗਲੀ ਮੰਜ਼ਿਲ ਵੱਲ ਵਧਦੇ ਹਨ। ਅਸੀਂ ਵੀ ਇੱਥੇ ਰੁਕੇ। ਅਸੀਂ ਇੱਥੇ ਨਾਸ਼ਤਾ ਕੀਤਾ, ਕੁਦਰਤ ਦੇ ਨਜ਼ਾਰੇ ਦੇਖੇ। ਕੁਝ ਫੋਟੋਆਂ ਕਰਵਾ ਕੇ ਅਸੀਂ ਵੀ ਆਪਣੀ ਅਗਲੀ ਮੰਜ਼ਿਲ ਕਾਰਗਿਲ ਵੱਲ ਰਵਾਨਾ ਹੋ ਗਏ। ਅਸਲ ਵਿੱਚ ਲੇਹ ਲਦਾਖ ਦੀ ਯਾਤਰਾ ਹੁਣ ਸ਼ੁਰੂ ਹੋ ਚੁੱਕੀ ਸੀ। ਹਰੇ ਭਰੇ ਪਹਾੜਾਂ ਨੂੰ ਛੱਡ ਕੇ ਅਸੀਂ ਠੰਡੇ ਅਤੇ ਖੁਸ਼ਕ ਪਹਾੜਾਂ ਵਿੱਚ ਸ਼ਾਮਲ ਹੋ ਰਹੇ ਸੀ। ਇਹ ਤੁਸੀਂ ਕਾਰਗਿਲ ਦਾ ਗੇਟ ਦੇਖ ਰਹੇ ਹੋ। ਇੱਥੇ ਹੀ ਤੁਹਾਡੀ ਗੱਡੀਆਂ ਦੀ ਚੈਕਿੰਗ ਹੁੰਦੀ ਹੈ। ਫੌਜ ਵੱਲੋਂ ਦੇਖਿਆ ਜਾਂਦਾ ਹੈ ਕਿ ਤੁਸੀਂ ਇੱਕ ਗੱਡੀ ਵਿੱਚ ਕਿੰਨੇ ਪਰਸਨ ਸਫ਼ਰ ਕਰ ਰਹੇ ਹੋ, ਤੁਹਾਡੀ ਗੱਡੀ ਦਾ ਨੰਬਰ ਕੀ ਹੈ। ਰਸਤੇ ਵਿੱਚ ਖੂਬਸੂਰਤ ਵਾਦੀਆਂ ਤੁਹਾਨੂੰ ਫੋਟੋਆਂ ਖਿੱਚਣ ਲਈ, ਕੁਝ ਪਲ ਠਹਿਰਨ ਲਈ ਮਜਬੂਰ ਕਰ ਦਿੰਦੀਆਂ ਹਨ। ਸਿੰਧ ਨਦੀ ਦਾ ਨਜ਼ਾਰਾ ਬਹੁਤ ਵਧੀਆ ਲੱਗਦਾ ਹੈ। ਹੁਣ ਅਸੀਂ ਦਰਾਜ਼ ਸੈਕਟਰ ਵੱਲ ਵੱਧ ਰਹੇ ਸੀ।
ਇਸ ਏਰੀਏ ਦੇ ਕਿਤੇ ਕਿਤੇ ਹੀ ਹਰਿਆਵਲ ਨਜ਼ਰ ਆਉਂਦੀ ਹੈ। ਰਸਤੇ ਵਿੱਚ ਖੂਬਸੂਰਤ ਘਰ ਵੀ ਨਜ਼ਰ ਆਉਂਦੇ ਹਨ। ਬਿਜਲੀ ਦੇ ਖੰਭੇ ਵੀ ਤੁਸੀਂ ਦੇਖ ਰਹੇ ਹੋ। ਪਹਾੜੀ ਖੇਤਰ ਹੋਣ ਦੇ ਬਾਵਜੂਦ ਵੀ ਇੱਥੇ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਂਦੀ। ਟੂਰਿਸਟ ਆਰਾਮ ਕਰਦੇ ਹਨ। ਰਸਤੇ ਵਿੱਚ ਖੂਬਸੂਰਤ ਵਾਦੀਆਂ ਤੁਹਾਡਾ ਆਪਣੇ ਆਪ ਮਨ ਨੂੰ ਮੋਹ ਲੈਂਦੀਆਂ ਹਨ। ਔਰ ਹੁਣ ਅਸੀਂ ਦਰਾਸ ਸ਼ਹਿਰ ਵਿੱਚ ਪਹੁੰਚ ਚੁੱਕੇ ਸੀ। ਇਹ ਦਰਾਸ ਦਾ ਸ਼ਹਿਰ ਹੈ। ਜਿਸ ਨੂੰ ਅਸੀਂ ਕ੍ਰੋਸ ਕਰ ਰਹੇ ਹਾਂ। ਖੂਬਸੂਰਤ ਘਾਟੀਆਂ ਦੇ ਵਿੱਚ ਘਿਰਿਆ ਹੋਇਆ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ। ਇਹਨਾਂ ਪਹਾੜੀ ਖੇਤਰਾਂ ਵਿੱਚ ਆਬਾਦੀ ਸੰਘਣੀ ਨਹੀਂ ਹੁੰਦੀ, ਸਗੋਂ ਵਿਰਲੀ ਹੁੰਦੀ ਹੈ। ਦਰਾਸ ਸ਼ਹਿਰ ਤੋਂ ਕਾਰਗਰ ਵਾਰ ਮੈਮੋਰੀਅਲ ਲਗਭਗ 25 ਕਿਲੋਮੀਟਰ ਦੀ ਦੂਰੀ ਤੇ ਹੈ। ਹੁਣ ਅਸੀਂ ਕਾਰਗਿਲ ਵਾਰ ਮੈਮੋਰੀਅਲ ਪਹੁੰਚ ਚੁੱਕੇ ਸੀ। ਕਾਰਗਿਲ ਵਾਰ 3 ਮਈ 1999 ਤੋਂ 26 ਜੁਲਾਈ 1999 ਤੱਕ ਲੜੀ ਗਈ ਸੀ। ਇਹ ਏਰੀਆ ਬਿਲਕੁਲ ਹੀ LOC ਦੇ ਨੇੜੇ ਹੈ। ਹੁਣ ਇਹ ਏਰੀਆ ਲਦਾਖ ਵਿੱਚ ਪੱਛਮੀ ਭਾਗ ਵਿੱਚ ਪੈਂਦਾ ਹੈ। ਜੇਕਰ ਕਾਰਗਿਲ ਦੀ ਉਚਾਈ ਦੀ ਗੱਲ ਕਰੀਏ ਤਾਂ ਇਹ ਸਮੁੰਦਰ ਤਲ ਤੋਂ ਲਗਭਗ 16,400 ਦੀ ਫੁੱਟ ਦੀ ਉਚਾਈ ਤੇ ਹੈ। ਸਰਦੀਆਂ ਵਿੱਚ ਇੱਥੇ ਤਾਪਮਾਨ -40 ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ। ਗਰਮੀਆਂ ਵਿੱਚ ਇੱਥੇ ਤਾਪਮਾਨ ਲਗਭਗ 15 ਤੋਂ 19 ਡਿਗਰੀ ਤੱਕ ਰਹਿੰਦਾ ਹੈ। ਇਸ ਧਰਤੀ ਨੂੰ ਖੁਸ਼ਕ ਅਤੇ ਠੰਡੇ ਪਹਾੜਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ, ਪਰ ਇੱਥੋਂ ਦਾ ਮਾਹੌਲ ਬਿਲਕੁਲ ਸ਼ਾਂਤ ਰਹਿੰਦਾ ਹੈ। ਇਹ ਜਿਹੜੀ ਤੁਸੀਂ ਤੋਪ ਦੇਖ ਰਹੇ ਹੋ, ਇਹ ਬੋਫੋਰਸ ਦੀ ਤੋਪ ਹੈ, ਜਿਸ ਨੇ ਇਸ ਲੜਾਈ ਵਿੱਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਈ ਸੀ। ਫੌਜ ਦੇ ਜਹਾਜ਼ ਵੀ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਡਿਸਪਲੇ ਕੀਤੇ ਗਏ ਹਨ। ਇਹ ਇੱਕ ਅਜਿਹੀ ਲੜਾਈ ਸੀ ਜਿਹੜੀ ਲਗਭਗ 10,000 ਫੁੱਟ ਦੀ ਉਚਾਈ ਤੇ ਲੜੀ ਗਈ। ਇਹ ਤੁਸੀਂ ਜਿਹੜੀਆਂ ਯਾਦਗਾਰਾਂ ਦੇਖ ਰਹੇ ਹੋ, ਇਹ ਯਾਦਗਾਰਾਂ ਇਸ ਏਰੀਏ ਵਿੱਚ ਸ਼ਹੀਦ ਹੋਏ ਫੌਜੀ ਦੀਆਂ ਯਾਦਗਾਰਾਂ ਹਨ। ਇੱਥੇ ਆ ਕੇ ਸਾਡਾ ਮਨ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਜਾਂਦਾ ਹੈ ਕਿ ਕਿਵੇਂ ਜਿਹੜੇ ਸਾਡੇ ਫੌਜੀ ਵੀਰ ਹਨ, ਉਹ ਸਾਡੇ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਹਰ ਪਲ ਇਸ ਦੇਸ਼ ਲਈ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਹਨ।
ਇੱਥੇ ਵੀ ਬਹੁਤ ਸਾਰੇ ਟੂਰਿਸਟ ਆਏ ਹੋਏ ਸੀ।